मीनोपॉज यूजली इंडियन वुमेन 45 to 50 ਦੀ ਏਜ 'ਚ ਆਉਂਦਾ ਜੇ 45 ਤੋਂ ਪਹਿਲਾਂ ਆਉਂਦਾ ਤਾਂ ਅਸੀਂ ਉਹਨੂੰ अर्ਲੀ मीनोपॉज ਕਹਿੰਦੇ ਆ ਤੇ ਜੇ 40 ਤੋਂ ਵੀ ਪਹਿਲਾਂ ਅੱਜਕੱਲ ਦੇਖਿਆ ਗਿਆ ਕਈ ਬਹੁਤ ਯੰਗ ਗਰਲਸ 'ਚ ਲਾਈਕ ਇਨ 30s ਜਾਂ अर्ਲੀ 40s ਜਿਵੇਂ 38 40 ਦੇ ਵਿੱਚ ਵੀ ਆ ਜਾਂਦਾ ਉਹਨੂੰ ਪ੍ਰੀਮੈਚੁਰ मीनोपॉज ਕਹਿੰਦੇ ਆ। ਤੁਹਾਨੂੰ ਹੌਟ ਫਲੈਸ਼ਸ ਹੋ ਸਕਦੀਆਂ ਜਿਸ ਤੁਹਾਨੂੰ ਲੱਗਦਾ ਇੱਕਦਮ ਤੁਹਾਨੂੰ ਬਹੁਤ ਗਰਮੀ ਲੱਗਦੀ ਹੈ ਫਿਰ ਪਸੀਨਾ ਆ ਜਾਂਦਾ। ਦੂਸਰਾ ਹੈ ਕਿ ਥੋੜਾ weight gain ਹੋ ਜਾਂਦਾ ਸਪੈਸ਼ਲੀ ਅਰਾਊਂਡ ਦ ਟਮੀ ਏਰੀਆ। फिर है कि तुहानू इरिटेबिलिटी तुहानू लगता थोड़ी हार्ट बीट फास्ट है, एंगजाइटी होंदी है, मूड स्विंग्स होंदे है, इमोशनल वल्नरेबिलिटी होंदी है, तुसी जल्दी हर छोटी छोटी गल ते क्राई कर लैंदे हो कई बारी है ना, इस तरह दी चीज़ां होंदियां। देखो मीनोपॉज एक लाइफ की स्टेज है जिहड़ी कि हर लेडी दे लाइफ च आनी ही आनी है, सो इस तो बचिया नहीं जा सकता। सो ये टॉक सीगी लेडीज़ नूं दस्सण लई कि मीनोपॉज क्यों आंदा है, किहड़ी एज च आंदा है, ਇਹਦੇ ਕੀ ਸਿੰਪਟਮਸ ਹੈ ਐਂਡ ਕੀ ਕੰਪਲਿਕੇਸ਼ਨਸ ਆ ਸਕਦੀਆਂ ਨੇ। ਇਹਨਾਂ ਕੰਪਲਿਕੇਸ਼ਨਸ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। सत श्री अकाल लुधियाना लाइव देखने वाले दर्शकों का स्वागत है। मैं हाँ परमजीत कौर। अज लुधियाना के निर्वाणा क्लब के विच गायत्री लेडीज़ क्लब के वालों एक होली स्पैशल इवेंट करवाया गया था। इस इवेंट के विच राणा हॉस्पिटल के गायनकोलॉजिस्ट एंड IVF स्पैशलिस्ट डॉक्टर विजयदीप कौर जी एज अ चीफ गेस्ट पहुंचे ने। तो आओ असीं उन्हां नाल गलबात करते हैं। राणा हॉस्पिटल के गायनकोलॉजिस्ट एंड IVF स्पैशलिस्ट डॉक्टर विजयदीप कौर जी साडे नाल मौजूद ने। सत श्री अकाल। सत श्री अकाल जी। मैम अज इस इवेंट जिहड़ा सीगा वुमन सेंट्रिक इवेंट है, तो ये बारे तुसीं दसोगे की सीगा इहदे विच? ਇਹ ਗਾਇਤਰੀ ਲੇਡੀਜ਼ ਕਲੱਬ 'ਚ ਆਰਗੇਨਾਈਜ਼ ਕੀਤਾ ਗਿਆ ਸੀਗਾ ਰਾਣਾ ਹਸਪੀਟਲ ਐਂਡ ਆਯੂ ਹੈਲਥ ਵੱਲੋਂ ਰਿਲੇਟਡ ਟੂ मीनोपॉज ਇਨ ਫੀਮੇਲਸ। तो मीनोपॉज ਤੇ ਟਾਕ ਸੀਗੀ, ਹੈਲਥ ਐਜੂਕੇਸ਼ਨ ਟਾਕ। ਮੈਮ ਕਾਫੀ ਜੋ ਲੇਡੀਜ਼ ਹੁੰਦੀਆਂ ਨੇ मीनोपॉज ਨੂੰ ਕਾਫੀ ਸੀਰੀਅਸ ਟੌਪਿਕ ਮੰਨਦੀਆਂ ਨੇ, ਤੇ ਕੀ ਇਹਦੇ ਵਿੱਚ ਹੋਣਾ ਚਾਹੀਦਾ ਹੈ? ਦੇਖੋ मीनोपॉज ਇੱਕ ਲਾਈਫ ਦੀ ਸਟੇਜ ਹੈ ਜਿਹੜੀ ਕਿ ਹਰ ਲੇਡੀ ਦੇ ਲਾਈਫ 'ਚ ਆਣੀ ਆਣੀ ਹੈ, ਸੋ ਇਸ ਤੋਂ ਬਚਿਆ ਨਹੀਂ ਜਾ ਸਕਦਾ। ਸੋ ਇਹ ਟਾਕ ਸੀਗੀ ਲੇਡੀਜ਼ ਨੂੰ ਦੱਸਣ ਲਈ ਕਿ मीनोपॉज ਕਿਉਂ ਆਉਂਦਾ ਹੈ, ਕਿਹੜੀ ਏਜ 'ਚ ਆਉਂਦਾ ਹੈ, ਇਹਦੇ ਕੀ ਸਿੰਪਟਮਸ ਹੈ ਐਂਡ ਕੀ ਕੰਪਲਿਕੇਸ਼ਨਸ ਆ ਸਕਦੀਆਂ ਨੇ। ਇਹਨਾਂ ਕੰਪਲਿਕੇਸ਼ਨਸ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਕੀ ਟ੍ਰੀਟਮੈਂਟਸ ਅਵੇਲੇਬਲ ਹੈ। और मैम कुछ एक स्पैसिफिक एज भी होंगी है कि यदि मीनोपॉज जो इस एज के बाद ही आएगा? मीनोपॉज यूजली इंडियन वुमेन 45 to 50 ਦੀ ਏਜ 'ਚ ਆਉਂਦਾ ਜੇ 45 ਤੋਂ ਪਹਿਲਾਂ ਆਉਂਦਾ ਤਾਂ ਅਸੀਂ ਉਹਨੂੰ अर्ਲੀ मीनोपॉज ਕਹਿੰਦੇ ਆ ਤੇ ਜੇ 40 ਤੋਂ ਵੀ ਪਹਿਲਾਂ ਅੱਜਕੱਲ ਦੇਖਿਆ ਗਿਆ ਕਈ ਬਹੁਤ ਯੰਗ ਗਰਲਸ 'ਚ ਲਾਈਕ ਇਨ 30s ਜਾਂ अर्ਲੀ 40s ਜਿਵੇਂ 38 40 ਦੇ ਵਿੱਚ ਵੀ ਆ ਜਾਂਦਾ ਉਹਨੂੰ ਪ੍ਰੀਮੈਚੁਰ मीनोपॉज ਕਹਿੰਦੇ ਆ। ਇਨ ਕੇਸ ਦੈਟ ਹੈਪਨਸ ਤਾਂ ਉਹਦੀਆਂ ਕੰਪਲਿਕੇਸ਼ਨਸ ਥੋੜ੍ਹੀਆਂ ਜ਼ਿਆਦਾ ਹੁੰਦੀਆਂ ਐਂਡ ਉਹਦਾ ਟ੍ਰੀਟਮੈਂਟ ਵੀ ਥੋੜ੍ਹਾ ਡਿਫਰੈਂਟ ਹੁੰਦਾ। और मैम बॉडी ਦੇ ਵਿੱਚ ਕੀ ਚੇਂजेस ਆਉਂਦੀਆਂ ਜਦੋਂ मीनोपॉज ਸਟਾਰਟ ਹੁੰਦਾ ਹੈ? ਕੁਝ ਇਸ ਤਰ੍ਹਾਂ ਦੀ ਸੀਰੀਅਸਨੈਸ ਇਸ ਤਰ੍ਹਾਂ ਦੀ ਕੁਝ ਆਉਂਦਾ ਹੈ? ਦੇਖੋ 80 to 90% ਵੂਮਨ मीनोपॉज ਦਾ ਫੇਜ਼ ਟਾਈਡ ਓਵਰ ਈਜ਼ੀਲੀ ਕਰ ਲੈਂਦੀਆਂ। 10 to 15% ਵੂਮਨ ਨੂੰ ਜ਼ਿਆਦਾ ਪ੍ਰੋਬਲਮੈਟਿਕ ਲੱਗਦਾ। ਸਿੰਪਟਮਸ ਕੀ ਹੋ ਸਕਦੇ ਆ? ਤੁਹਾਨੂੰ ਹੌਟ ਫਲੈਸ਼ਸ ਹੋ ਸਕਦੀਆਂ ਜਿਸ ਤੁਹਾਨੂੰ ਲੱਗਦਾ ਇੱਕਦਮ ਤੁਹਾਨੂੰ ਬਹੁਤ ਗਰਮੀ ਲੱਗਦੀ ਹੈ ਫਿਰ ਪਸੀਨਾ ਆ ਜਾਂਦਾ। ਦੂਸਰਾ ਹੈ ਕਿ ਥੋੜਾ weight gain ਹੋ ਜਾਂਦਾ ਸਪੈਸ਼ਲੀ ਅਰਾਊਂਡ ਦ ਟਮੀ ਏਰੀਆ। ਫਿਰ ਹੈ ਕਿ ਤੁਹਾਨੂੰ ਇਰਿਟੇਬਿਲਿਟੀ ਤੁਹਾਨੂੰ ਲੱਗਦਾ ਥੋੜੀ ਹਾਰਟ ਬੀਟ ਫਾਸਟ ਹੈ, ਐਂਗਜ਼ਾਇਟੀ ਹੁੰਦੀ ਹੈ, ਮੂਡ ਸਵਿੰਗਸ ਹੁੰਦੇ ਹੈ, ਇਮੋਸ਼ਨਲ ਵਲਨਰੇਬਿਲਿਟੀ ਹੁੰਦੀ ਹੈ, ਤੁਸੀਂ ਜਲਦੀ ਹਰ ਛੋਟੀ ਛੋਟੀ ਗੱਲ ਤੇ ਕਰਾਈ ਕਰ ਲੈਂਦੇ ਹੋ ਕਈ ਵਾਰੀ ਹੈ ਨਾ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਦੂਸਰਾ ਹੈ ਕਿ ਤੁਹਾਡਾ ਜਿਹੜਾ ਈਸਟ੍ਰੋਜਨ ਕਰਕੇ ਤੁਹਾਡੇ ਹਾਰਟ 'ਤੇ ਇੱਕ ਈਸਟ੍ਰੋਜਨ ਦਾ ਪ੍ਰੋਟੈਕਟਿਵ ਇਫੈਕਟ ਹੁੰਦਾ। मीनोपॉज 'ਚ ਈਸਟ੍ਰੋਜਨ ਹਾਰਮੋਨ ਲੋ ਹੋ ਜਾਂਦਾ ਕਾਫੀ, ਤਾਂ ਉਹ ਜਿਹੜਾ ਹਾਰਟ 'ਤੇ ਪ੍ਰੋਟੈਕਟਿਵ ਇਫੈਕਟ ਹੈ ਉਹ ਖਤਮ ਹੋ ਜਾਂਦਾ। ਸੋ ਤੁਹਾਨੂੰ ਹਾਰਟ ਅਟੈਕ ਦੇ ਚਾਂਸਸ ਵੱਧ ਜਾਂਦੇ ਆ। ਬੋਨਸ 'ਚੋਂ ਕੈਲਸ਼ੀਅਮ ਖੁਰਨਾ ਸ਼ੁਰੂ ਹੋ ਜਾਂਦਾ, ਆਸਟੀਓਪੋਰੋਸਿਸ ਹੋ ਜਾਂਦਾ, ਆਪਣੀਆਂ ਬੋਨਸ ਬ੍ਰਿਟਲ ਹੋ ਜਾਂਦੀਆਂ, ਫ੍ਰੈਕਚਰਸ ਈਜ਼ੀਲੀ ਹੋ ਸਕਦੇ ਆ। ਫਿਰ ਹੈ ਕਿ ਤੁਹਾਨੂੰ ਦੂਸਰੇ ਸਿੰਪਟਮਸ ਜਿਵੇਂ ਤੁਹਾਡੇ ਯੂਰਿਨ ਇਨਫੈਕਸ਼ਨਸ, ਵਾਰੀ ਯੂਰਿਨ ਆਉਣਾ ਐਂਡ ਰਿਲੇਸ਼ਨਸ 'ਚ ਪੇਨ ਹੋਣਾ, ਉਹ ਸਾਰਾ ਚੀਜ਼ਾਂ मीनोपॉज ਦੇ ਅਰਾਊਂਡ ਹੁੰਦੀਆਂ। ਮੈਮ ਜਿਹੜੇ ਇਹ ਚੇਂजेस ਆਉਂਦੇ ਨੇ ਬੋਡੀ ਦੇ ਵਿੱਚ, ਤੇ ਇਸ ਨੂੰ ਆਪਾਂ ਕਿਸ ਤਰ੍ਹਾਂ ਨੋਰਮਲਾਈਜ਼ ਕਰ ਸਕਦੇ ਹਾਂ ਕਿ ਨਾਰਮਲ ਪਹਿਲਾਂ ਦੀ ਤਰ੍ਹਾਂ ਹੀ ਹੋ ਜਾਣ? ਦੇਖੋ ਇਹ 'ਚ 5-6 ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਤਾਂ ਹੈ ਤੁਹਾਡੀ ਡਾਇਟ। ਡਾਇਟ ਦੇ ਵਿੱਚ ਤੁਸੀਂ ਜਿਵੇਂ ਮੋਰ ਆਫ ਗ੍ਰੀਨ ਲੀਫੀ ਵੈਜੀਟੇਬਲਸ, ਫਰੂਟਸ, ਮਿਲਕ ਆਪਣੀ ਕੈਲਸ਼ੀਅਮ ਇਨਟੇਕ ਲਈ ਐਂਡ ਵਿਟਾਮਿਨ D ਸਪਲੀਮੈਂਟਸ। ਐਂਡ ਦੂਸਰਾ ਹੈ ਕਿ ਸੋਇਆਬੀਨ ਪ੍ਰੋਡਕਟਸ, ਜਿਹੜੇ ਸੋਇਆਬੀਨ ਪ੍ਰੋਡਕਟਸ ਹੈ ਉਹਨਾਂ ਦੇ ਵਿੱਚ ਨਾ ਪਲਾਂਟ ਈਸਟ੍ਰੋਜਨਸ ਹੁੰਦੇ ਆ। ਪਲਾਂਟ ਈਸਟ੍ਰੋਜਨਸ ਜਿਹੜੇ ਉਹ ਤੁਹਾਨੂੰ ਥੋੜ੍ਹਾ ਹੈਲਪ ਕਰਦੇ ਤੁਹਾਡੇ ਸਿੰਪਟਮਸ ਨੂੰ ਘਟਾਉਣ 'ਚ। ਸੋ ਸੋਇਆਬੀਨ ਟੋਫੂ ਹੋ ਗਿਆ, ਸੋਇਆ ਮਿਲਕ ਹੋ ਗਿਆ, ਸੋਇਆਬੀਨ ਵੈਸੇ ਹੋ ਗਈ, ਇਹ ਚੀਜ਼ਾਂ ਇਨਕਲੂਡ ਕਰਨੀਆਂ ਚਾਹੀਦੀਆਂ ਡਾਈਟ 'ਚ। ਐਂਡ ਦੂਸਰਾ ਓਮੇਗਾ 3 ਫੈਟੀ ਐਸਿਡਸ ਜਿਸ 'ਚ ਜ਼ਿਆਦਾ ਹੋਣ, ਜਿਵੇਂ ਕਿ ਨਟਸ ਹੋ ਗਈਆਂ, ਵਾਲਨਟਸ, ਆਮੰਡਸ, ਫਲੈਕਸ ਸੀਡਸ, ਇਹ ਡਾਈਟ 'ਚ ਇਨਕਲੂਡ ਹੋਣੇ ਚਾਹੀਦੇ ਆ। ਸੈਕਿੰਡ ਇੰਪੋਰਟੈਂਟ ਐਸਪੈਕਟ ਹੈਗਾ ਐਕਸਰਸਾਈਜ਼। ਐਕਸਰਸਾਈਜ਼ ਤਾਂ ਰਿਕੁਆਇਰਡ ਹੈ ਬਿਕੋਜ਼ ਐਕਸਰਸਾਈਜ਼ ਇੱਕ ਤਾਂ ਜਿਹੜਾ ਤੁਹਾਡਾ weight gain ਹੁੰਦਾ ਹੈ ਅਰਾਊਂਡ मीनोपॉज ਉਹਨੂੰ ਕੰਟਰੋਲ ਕਰਦਾ।
दूसरा एक्सरसाइज ਦਾ ਹਾਰਟ ਪ੍ਰੋਟੈਕਟਿਵ ਇਫੈਕਟ ਹੈ, ਤੁਹਾਡੀ ਲਿਪਿਡ ਪ੍ਰੋਫਾਈਲ ਨੂੰ ਨਾਰਮਲ ਰੱਖਦਾ ਹੈ। ਤੀਸਰਾ ਹੈ ਕਿ ਐਕਸਰਸਾਈਜ਼ ਐਂਡ ਜਿਹੜੀ ਰੈਜ਼ਿਸਟੈਂਸ ਟ੍ਰੇਨਿੰਗ ਹੈ ਜਿਹਨੂੰ ਆਪਾਂ ਵੇਟ ਟ੍ਰੇਨਿੰਗ ਕਹਿੰਦੇ ਹਾਂ, ਉਹ ਜ਼ਰੂਰੀ ਹੈ ਬਿਕੋਜ਼ ਉਹ ਤੁਹਾਡੀਆਂ ਬੋਨਸ 'ਚ ਫਿਰ ਤੋਂ ਕੈਲਸ਼ੀਅਮ ਅਪਟੇਕ ਵਧਾਉਂਦੀ ਹੈ। ਸੋ ਐਕਸਰਸਾਈਜ਼ ਸੈਕਿੰਡ ਪਾਰਟ ਹੋ ਗਿਆ। ਫਿਰ ਥਰਡ ਹੈ ਤੁਹਾਡਾ ਲਾਈਫ ਸਟਾਈਲ ਚੇਂਜ। ਲਾਈਫ ਸਟਾਈਲ ਚੇਂਜ 'ਚ ਜੇ ਤੁਸੀਂ ਬਹੁਤ ਜ਼ਿਆਦਾ ਟੀ, ਕਾਫੀ, ਅਲਕੋਹਲ ਜਾਂ ਸਮੋਕਿੰਗ ਕਰਦੇ ਹੋ ਤਾਂ ਉਹ ਤੁਹਾਨੂੰ ਇਸ ਟਾਈਮ 'ਤੇ ਛੱਡਣਾ ਪੈਂਦਾ ਜਾਂ ਘਟਾਉਣਾ ਪੈਂਦਾ ਬਿਕੋਜ਼ ਉਹਦੇ ਕਾਫੀ ਸਾਈਡ ਇਫੈਕਟਸ ਹੁੰਦੇ ਆ। ਤੁਹਾਡਾ ਹਾਰਟ ਪੈਲਪੀਟੇਸ਼ਨਸ, ਹਾਰਟ ਬੀਟ ਇਰੈਗੂਲਰ ਜਾਂ ਹਾਰਟ ਬੀਟ ਤੇਜ਼ ਹੋ ਸਕਦੀ ਹੈ। ਫਿਰ ਦੂਸਰਾ ਹੈ ਕਿ ਤੁਹਾਡਾ ਜਿਵੇਂ ਜੇ ਇਰੈਟਿਕ ਸਲੀਪ ਪੈਟਰਨ ਹੈ, ਵੀ ਤੁਸੀਂ ਟਾਈਮ 'ਤੇ ਨਹੀਂ ਸੌਂਦੇ, ਟਾਈਮ 'ਤੇ ਨਹੀਂ ਉੱਠਦੇ, ਲੇਟ ਨਾਈਟ ਪਾਰਟੀਜ਼, ਉਹ ਥੋੜ੍ਹਾ ਜਿਹਾ ਤੁਹਾਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਏਗਾ। ਅਤੇ ਐਂਡ ਥਰਡ ਹੈ ਕਿ ਆਪਣੇ ਡਾਇਟ ਦਾ ਜਿਹੜਾ ਸ਼ਡਿਊਲ ਹੈ ਉਹ ਤੁਹਾਨੂੰ ਪ੍ਰੋਪਰ ਲੈਣਾ ਪਏਗਾ। ਇਹ ਨਹੀਂ ਕਿ ਬਹੁਤ ਜ਼ਿਆਦਾ ਟਾਈਮ ਤੁਸੀਂ ਖਾ ਨਹੀਂ ਰਹੇ, ਬਹੁਤ ਸਟ੍ਰਿਕਟ ਡਾਈਟਿੰਗ ਕਰ ਰਹੇ ਹੋ। ਸੋ ਐਟ ਪ੍ਰੋਪਰ ਇੰਟਰਵਲਸ ਆਪਣੇ ਮੀਲਸ ਲਓ, ਪ੍ਰੋਪਰ ਨੀਂਦ ਲਓ ਐਂਡ ਦੂਜਾ ਆਪਣਾ ਜਿਹੜਾ ਟੀ, ਕਾਫੀ ਜਿਵੇਂ ਮੈਂ ਦੱਸਿਆ ਉਹ ਥੋੜ੍ਹਾ ਘਟਾਉਣਾ ਪੈਂਦਾ। ਦੈਟ ਇਜ਼ ਲਾਈਫ ਸਟਾਈਲ ਚੇਂਜ। ਦੈਨ ਫੋਰਥ ਹੈ ਕਿ ਤੁਹਾਨੂੰ ਜੇ ਕੋਈ ਵੀ ਪ੍ਰੋਬਲਮ ਹੈ, ਜੇ ਇਹਨਾਂ ਚੀਜ਼ਾਂ ਨਾਲ ਵੀ ਤੁਹਾਡੀਆਂ ਪ੍ਰੋਬਲਮਸ ਨਹੀਂ ਸੌਰਟ ਆਊਟ ਹੋ ਰਹੀਆਂ ਤਾਂ ਯੂ ਹੈਵ ਟੂ ਕੰਸਲਟ ਯੋਰ ਡਾਕਟਰ, ਯੂ ਹੈਵ ਟੂ ਕੰਸਲਟ ਯੋਰ ਗਾਇਨੋਕੋਲੋਜਿਸਟ ਐਂਡ ਉਹ ਤੁਹਾਨੂੰ ਜਾਂ ਤਾਂ ਹਾਰਮੋਨਸ 'ਤੇ ਪਾ ਸਕਦੇ ਆ ਜਾਂ ਨਾਨ ਹਾਰਮੋਨਲ ਥੈਰੇਪੀ ਦੇ ਸਕਦੇ ਆ। ਉਹ ਤੁਹਾਡੀ ਸਿਚੁਏਸ਼ਨ ਨੂੰ ਦੇਖਦੇ ਹੋਏ ਡਾਕਟਰ ਹੀ ਡਿਸਾਈਡ ਕਰ ਸਕਦਾ ਕਿ ਤੁਹਾਨੂੰ ਕੀ ਦੇਣਾ। ਔਰ ਮੈਮ ਇਹ ਜਿਹੜੀ ਕਿ ਮੇਨੋਪੌਜ਼ ਹੈ, ਫੇਜ਼ ਆਫ ਦਾ ਵੂਮਨਸ ਲਾਈਫ ਹੈ, ਮਤਲਬ ਆਉਣਾ ਹੀ ਆਉਣਾ ਹੈ, ਤਾਂ ਕੀ ਇਹ ਵਰਸਟ ਕੰਡੀਸ਼ਨ ਵੀ ਹੋ ਸਕਦੀ ਹੈ ਕਈ ਵਾਰ ਕੁਝ ਕੇਸਿਸ ਦੇ ਵਿੱਚ? ਕੁਝ ਕੇਸਿਸ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਪਰਸੈਂਟੇਜ ਆਫ ਵਿਮਨ 'ਚ ਇਹ ਕਾਫੀ ਸੀਵੀਅਰ ਸਿੰਪਟਮਸ ਕਾਜ਼ ਕਰਦਾ। ਜਿਵੇਂ ਹਾਟ ਫਲੈਸ਼ਿਸ ਮੈਂ ਤੁਹਾਨੂੰ ਦੱਸੀਆਂ, ਹਾਟ ਫਲੈਸ਼ਿਸ ਕਈਆਂ ਨੂੰ ਤਾਂ ਬਿਲਕੁਲ ਹੀ ਨਹੀਂ ਆਉਂਦੀਆਂ ਤੇ ਕਈਆਂ ਨੂੰ ਦਿਨ 'ਚ 20 ਟਾਈਮਸ ਆਉਂਦੀਆਂ। ਸੋ ਇਟ ਵੇਰੀਜ਼ ਫਰਮ ਪਰਸਨ ਟੂ ਪਰਸਨ ਐਂਡ ਜੇ ਤੁਹਾਡੇ ਸਿੰਪਟਮਸ ਜ਼ਿਆਦਾ ਸੀਵੀਅਰ ਹੈ ਤਾਂ ਫਿਰ ਤੁਸੀਂ ਡਾਕਟਰ ਨੂੰ ਕੰਸਲਟ ਕਰਕੇ ਉਹਦਾ ਟ੍ਰੀਟਮੈਂਟ ਲਓ। ਉਹਦੇ ਲਈ ਫਿਰ ਮੈਡੀਕੇਸ਼ਨ ਸਟਾਰਟ ਮੈਡੀਕੇਸ਼ਨਸ ਬਿਲਕੁਲ ਅਵੇਲੇਬਲ ਹੈ ਐਂਡ ਉਹਦੇ ਨਾਲ ਫਿਰ ਤੁਹਾਡੀ ਯੂ ਕੈਨ ਟਾਈਡ ਓਵਰ ਦਿਸ ਪੀਰੀਅਡ ਈਜ਼ੀਲੀ। ਸੋ ਇਹ ਹੋਲੀ ਸਪੈਸ਼ਲ ਇਵੈਂਟ ਵੂਮਨ ਸੈਂਟਰਿਕ ਵੀ ਰਿਹਾ। ਇਸ ਇਵੈਂਟ ਦੇ ਵਿੱਚ ਡਾਕਟਰ ਵਿਜੇਦੀਪ ਕੌਰ ਨੇ ਮੀਨੋਪੌਜ਼ ਦੇ ਸੀਰੀਅਸ ਟੌਪਿਕ ਤੇ ਕਾਫੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਈ ਲੇਡੀਜ਼ ਦੇ ਜਿਹੜੇ ਕਿ ਡਾਊਟਸ ਨੇ ਕਾਫੀ ਕਲੀਅਰ ਆਊਟ ਕੀਤੇ ਨੇ। ਕੈਮਰਾਮੈਨ ਰਾਹੁਲ ਕਸ਼ਪ ਦੇ ਨਾਲ ਪਰਮਜੀਤ ਕੌਰ, ਤੁਸੀਂ ਦੇਖਦੇ ਹੋ ਲੁਧਿਆਣਾ ਲਾਈਵ।